ਇਹ ਜਨਾਬ ਲਈ ਅਗਰ ਜੇ ਕਿਸੇ ਨੇ ਕਾਰੋਬਾਰ ਕਰਕੇ ਕਰਨਾ ਨਾ ਜੀ ਤੇ ਇਹਦੇ ਵਿੱਚ ਇਮਾਨਦਾਰੀ ਜ਼ਰੂਰੀ ਚੀਜ਼ ਹੈ ਔਰ ਇੰਨੀ ਕਿ ਇਹਦੇ ਵਿੱਚ ਅੱਲਾਹ ਤਾਲਾ ਬਰਕਤ ਵੀ ਪਾਉਂਦਾ ਕਿ ਬੇਸਾਦੀ ਅੱਲਾਹ ਤਾਲਾ ਬਰਕਤ ਵੀ ਪਾਉਂਦਾ। ਦੁੱਧ ਦੇ ਵਿੱਚ ਪਾਣੀ ਨਾ ਪਾਏ ਜੀ ਦੇਖੋ ਨੂਰ ਖੁਦਾ ਦਾ ਤੇ ਅਸੀਂ ਲੋਕੀ ਜਨਾਬ ਲਈ ਕਈ ਦੁੱਧ ਹੀ ਵੇਖਣੇ ਛਪੜੀਆਂ 'ਚੋਂ ਪਾਣੀ ਪਾਉਂਦੇ, ਕਈ ਵੇਖਣੇ ਕਿਤੋਂ ਪਾਣੀ ਪਾਉਂਦੇ, ਲੇਕਿਨ ਇਹਦੇ ਵਿੱਚ ਪਾਣੀ ਪਾਣਾ ਹਰਾਮ ਸਮਝੇ। ਤੇ ਜਿੰਨਾ ਇਹ ਕਾਰੋਬਾਰ ਹੈ ਨਾ ਇਹਨਾਂ ਇੱਕ ਵੀ ਨਹੀਂ ਪਾਕਿਸਤਾਨ ਦੇ ਵਿੱਚ ਕਾਰੋਬਾਰ। ਯਾਨੀ ਕਿ ਤੁਹਾਡੇ ਨਜ਼ਦੀਕ ਇਸ ਕਾਰੋਬਾਰ ਵਰਗਾ ਕੰਮ ਹੀ ਕੋਈ ਨਹੀਂ? ਕੋਈ ਕਾਰੋਬਾਰ ਨਹੀਂ। ਮੈਂ ਬੜੇ ਕਾਰੋਬਾਰ ਵੀ ਕੀਤੇ ਨੇ, ਬੜੀਆਂ ਨੌਕਰੀਆਂ ਵੀ ਕੀਤੀਆਂ ਨੇ, ਲੇਕਿਨ ਇਸ ਕਾਰੋਬਾਰ ਜੇ ਆਹ ਪਾਣੀ ਨਾ ਪਾਏ। ਅਸੀਂ ਆਹ ਦੇਖ ਲਓ ਧਾਰਾਂ ਕੱਢਦੇ ਨੇ ਪਏ ਮੁੰਡੇ, ਪਾਣੀ ਨਾਲ ਥਣ ਵੀ ਦੂਸਰੇ ਭਾਂਡੇ ਨਾਲ ਧੋਣੇ ਨੇ, ਜ਼ਬਰਦਸਤ। ਫਿਰ ਅਸਾਂ ਪਾਣੀ ਦੂਸਰੇ ਬਾਲਟੀ 'ਚ ਦੁੱਧ ਧੋਣਾ। ਜ਼ਿੰਦਾਬਾਦ। अस्सलामु अलैकुम। ਵਾਲੇਕੁਮ ਸਲਾਮ। बुजुर्गो की हाल है ਤੁਹਾਡਾ? ਸ਼ੁਕਰ ਹੈ ਅੱਲਾਹ ਦਾ ਜੀ। माशाल्लाह। अपना की नाम जे? ਹਾਜੀ ਮੁਹੰਮਦ ਅਨਵਰ, हाजी मोहम्मद अनवर साहब ਕਿਹੜੇ ਇਲਾਕੇ ਨਾਲ ਤਾਲੁਕ ਜੇ? ਜ਼ਿਲ੍ਹਾ ਸਿਆਲਕੋਟ ਨੂੰ। ਜ਼ਿਲ੍ਹਾ ਸਿਆਲਕੋਟ। ਹਾਜੀ ਸਾਹਿਬ ਮੱਝਾਂ ਦੀ ਫਾਰਮਿੰਗ ਕਿੰਨੇ ਸਾਲਾਂ ਤੋਂ ਪੇ ਕਰਦੇ ਹੋ? ਅਸੀਂ ਜੀ 50 ਸਾਲਾਂ ਤੋਂ। 50 ਸਾਲਾਂ ਦਾ ਤਜਰਬਾ ਕਿਸ ਤਰ੍ਹਾਂ ਦਾ ਰਿਹਾ ਹੈ? ਤਜਰਬਾ ਬਿਹਤਰੀਨ ਹੈ ਜਨਾਬ ਜੀ। ਖੁਸ਼ ਹੋ, ਮੁਤਮਿਨ ਹੋ? ਹਰ ਚੀਜ਼ ਖੁਸ਼ਹਾਲ ਹੈ, ਸ਼ੁਕਰ ਹੈ ਅਲਹਮਦੁਲਿਲਾ। ਮਾਸ਼ਾਅੱਲਾ। ਇਹ ਦੱਸੋ ਕਿ 50 ਸਾਲਾਂ ਦੇ ਅਰਸੇ ਵਿੱਚ ਤੁਹਾਨੂੰ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ? ਸਰ ਸਾਨੂੰ ਮਾਸ਼ਾਅੱਲਾ ਕਿਸੇ ਵੀ ਚੀਜ਼ ਦਾ ਸਾਹਮਣਾ ਨਹੀਂ ਕਰਨਾ ਪਿਆ। ਜੀ। ਮਤਲਬ ਡਾਕਟਰ ਆਉਂਦਾ, ਡਾਕਟਰ ਰੱਖਿਆ ਹੋਇਆ ਡਾਕਟਰ ਆਉਂਦਾ, ਉਹ ਵੇਖਦਾ ਜੇ ਮੈਂ ਪੱਠੇ ਘੱਟ ਖਾਂਦੀ ਉਹਨੂੰ ਟੀਕਾ ਲਾਉਂਦਾ, ਜੇ ਮਤਲਬ ਜਿਸ ਤਰ੍ਹਾਂ ਵੀ ਉਹ ਡਾਕਟਰ ਤੇ ਡਿਪੈਂਡ ਹੈ। ਵੈਰੀ ਗੁੱਡ। ਸਾਡੇ ਉੱਤੇ ਨਹੀਂ ਹੈ। ਅੱਛਾ ਸਰ, ਡਾਕਟਰ ਰੱਖਣਾ ਕਿਸੇ ਫਾਰਮ ਤੇ ਕਿੰਨਾ ਕੁ ਜ਼ਰੂਰੀ ਹੈ? ਇਹ ਤਾਂ ਬਹੁਤ ਜ਼ਰੂਰੀ ਹੈ, ਲੇਕਿਨ ਲੋਕ ਨਹੀਂ ਰੱਖਦੇ। ਨਹੀਂ ਰੱਖਦੇ। ਅੱਛਾ, ਤੁਸੀਂ ਕਿਸੇ ਸਰਕਾਰੀ ਡਾਕਟਰ ਕੋਲ ਖਿਦਮਤ ਲੈਂਦੇ ਹੋ ਜਾਂ ਕਿਸੇ ਪ੍ਰਾਈਵੇਟ ਡਾਕਟਰ ਕੋਲ ਖਿਦਮਤ ਲੈਂਦੇ ਹੋ? ਨਹੀਂ ਪ੍ਰਾਈਵੇਟ। ਪ੍ਰਾਈਵੇਟ ਡਾਕਟਰ ਮਹੀਨੇ ਦਾ ਤੁਹਾਡੇ ਕੋਲ ਕਿੰਨੇ ਕੁ ਪੈਸੇ ਲੈ ਜਾਂਦਾ ਹੈ? ਪ੍ਰਾਈਵੇਟ ਡਾਕਟਰ ਉਹ ਜੂ ਮੁਖਤਲਿਫ ਜਿਸ ਤਰ੍ਹਾਂ ਦਾ ਇਲਾਜ ਕਰਵਾਈਏ ਉਸ ਤਰ੍ਹਾਂ ਦੇ ਉਹ ਲੈਂਦਾ ਇਲਾਜ ਤੇ ਬਿਮਾਰੀਆਂ ਦੇ ਹਿਸਾਬ ਨਾਲ। ਬਿਮਾਰੀ ਦੇ ਹਿਸਾਬ। ਅੱਛਾ, ਤੁਸੀਂ ਦੱਸਿਆ ਮੱਝ ਪੱਠੇ ਨਹੀਂ ਖਾਂਦੀ, ਹਾਂਜੀ। ਇਹਦੇ ਇਲਾਵਾ ਮੱਝਾਂ ਦੀਆਂ ਕਿਹੜੀਆਂ-ਕਿਹੜੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪਿਆ? ਉਹ ਬਿਮਾਰੀਆਂ ਦਾ ਜਨਾਬ ਜੀ ਡਾਕਟਰ ਪਰ ਕਿਸੇ ਨੂੰ ਮਤਲਬ ਪੱਠੇ ਨਹੀਂ ਖਾਂਦੀ, ਕਿਸੇ ਨੂੰ ਮੂੰਹ ਖੋਰ ਆ ਜਾਂਦਾ, ਕਿਸੇ ਨੂੰ ਜਨਾਬ ਜੀ ਕੋਈ ਬੁਖਾਰ ਹੋ ਜਾਂਦਾ, ਉਹ ਫਿਰ ਪਿਆ ਉਸ ਲਿਹਾਜ਼ ਦੇ ਨਾਲ ਕੀ ਲਾਉਂਦਾ। ਅੱਛਾ ਹਾਜੀ ਅਨਵਰ ਸਾਹਿਬ, ਤੁਹਾਡੇ ਤਜਰਬੇ ਦੇ ਵਿੱਚ ਮੱਝਾਂ ਦੀ ਖਤਰਨਾਕ ਬਿਮਾਰੀ ਕਿਹੜੀ ਹੈ? ਖਤਰਨਾਕ ਤੇ ਗਲਘੋਟੂ ਦੀ ਬਿਮਾਰੀ ਸਭ ਤੋਂ ਜ਼ਿਆਦਾ ਖਤਰਨਾਕ ਗਲਘੋਟੂ ਦੀ ਬਿਮਾਰੀ। ਗਲਘੋਟੂ ਦੀ, ਔਰ ਉਹਦਾ ਬਿਹਤਰੀਨ ਹੱਲ ਉਹਦੀ ਵੈਕਸੀਨੇਸ਼ਨ ਹੈ। ਵੈਕਸੀਨੇਸ਼ਨ ਹੈ। ਤੁਸੀਂ ਵੈਕਸੀਨੇਸ਼ਨ ਪ੍ਰੋਪਰ ਕਰਵਾਉਂਦੇ ਹੋ? ਪ੍ਰੋਪਰ ਕਰੀ ਜਾਂਦੇ ਆ। ਹਾਜੀ ਸਾਹਿਬ, ਇਸ ਵਕਤ ਮਾਸ਼ਾਅੱਲਾ ਤੁਹਾਡੇ ਕੋਲ ਕਿੰਨੀਆਂ ਮੱਝਾਂ ਨੇ? ਮੇਰੇ ਕੋਲ 12-13 ਮੱਝਾਂ। 12-13 ਮੱਝਾਂ ਕਿਹੜੀ ਨਸਲ ਦੀਆਂ ਨੇ? ਮੇਰੇ ਕੋਲ ਜ਼ਿਆਦਾ ਸਾਈ ਆਪਣਾ ਚੀਚਾ ਵਤਨੀ ਦੀਆਂ। ਚੀਚਾ ਵਤਨੀ। ਚੀਚਾ ਵਤਨੀ ਤੋਂ ਕੁਝ ਮੱਝਾਂ ਮੇਰੇ ਕੋਲ ਜਨਾਬ ਲਈ ਕਾੜੇ ਦੀਆਂ ਨੇ। ਉਹ ਕਾੜੇ ਦੀਆਂ? ਕਾੜੇ ਦੀ ਮੱਝ ਦਾ ਔਰ ਇਹਦਾ ਆਪਸ ਵਿੱਚ ਇਹ ਹੁੰਦਾ ਕਿ ਜਿਹੜੀ ਕਾੜੇ ਦੀ ਮੱਝ ਉਹਦਾ ਸਿਰ ਮੋਟਾ ਹੋਏਗਾ। ਉਹ ਕਾੜੇ ਦੀ ਮੱਝ ਦਾ ਸਿਰ ਮੋਟਾ ਹੋਏਗਾ ਤੇ ਚੀਚਾ ਵਤਨੀ ਦਾ ਛੋਟਾ ਹੋਏਗਾ। ਛੋਟਾ ਹੋਏਗਾ। ਅੱਛਾ ਹਾਜੀ, ਵੈਰੀ ਗੁੱਡ। ਆਪਣੇ ਤਜਰਬੇ ਨਾਲ ਦੱਸੋ ਕਿ ਉਹ ਕਾੜੇ ਦੀ ਮੱਝ ਬਿਹਤਰ ਹੈ ਕਿ ਚੀਚਾ ਵਤਨੀ ਦੀ ਮੱਝ ਬਿਹਤਰ ਹੈ? ਸਾਡੇ ਏਰੀਏ ਦੇ ਵਿੱਚ ਕਾੜੇ ਦੀ ਮੱਝ ਬਿਹਤਰ ਹੈ। ਸਾਡੇ ਸਿਆਲਕੋਟ ਦੇ ਵਿੱਚ ਜਿਹੜੀ ਚੀਚਾ ਵਤਨੀ ਦੀ ਮੱਝ ਧੱਕੇ ਨਾਲ ਥਣ ਮਾਰ ਜਾਂਦੀ ਹੈ। ਧੱਕੇ ਨਾਲ ਥਣ ਮਾਰ ਜਾਂਦੀ ਹੈ? ਧੱਕੇ ਨਾਲ ਥਣ ਮਾਰ ਜਾਂਦੀ। ਥਣ ਮਾਰਨ ਤੋਂ ਕੀ ਮੁਰਾਦ ਹੈ ਕਿ ਦੁੱਧ ਘਟਾ ਜਾਂਦੀ ਹੈ? ਨਹੀਂ, ਦੁੱਧ ਉਹਦਾ ਵਿੱਚ ਮਤਲਬ ਘਟਾ ਜਾਂਦੀ ਹੈ, ਕੋਈ ਦੁੱਧ ਆਉਂਦਾ ਹੀ ਨਹੀਂ ਹੈ। ਅੱਛਾ। ਥਣ ਬੰਦ ਹੋ ਜਾਂਦਾ। ਚੀਚਾ ਵਤਨੀ ਦੀਆਂ ਮੱਝਾਂ ਦੇ ਥਾਣਾ ਦੇ ਮਸਲੇ ਬੜੇ ਸਾਹਮਣੇ ਆਉਂਦੇ ਨੇ। ਹਾਂਜੀ। ਤੇ ਉਕਾੜੇ ਦੀ ਮੱਝ ਦੇ ਸਹੀ ਮਸਲੇ ਮੱਝ ਦਾ ਕੋਈ ਜਨਾਬ ਨੇ ਅੱਜ ਦਿਨ ਤੱਕ ਸਾਨੂੰ ਤਾਂ ਕੋਈ ਚੀਜ਼ ਨਹੀਂ ਸਾਹਮਣੇ ਆਈ। ਮਾਸ਼ਾਅੱਲਾ। ਉਕਾੜੇ ਦੀ ਮੱਝ ਤੁਹਾਡੇ ਤਜਰਬੇ ਵਿੱਚ ਕਿੰਨੇ ਕੁ ਮਹੀਨੇ ਦੁੱਧ ਦੇ ਛੱਡਦੀ ਹੈ ਤੇ ਚੀਚਾ ਵਤਨੀ ਦੀ ਮੱਝ ਕਿੰਨੇ ਕੁ ਮਹੀਨੇ ਦੁੱਧ ਦੇ ਛੱਡਦੀ ਹੈ? ਦੁੱਧ ਦੇ ਵਿੱਚ ਫਰਕ ਹੈ ਟੈਲ ਦੇ ਵਿੱਚ, ਦੁੱਧ ਦਾ ਟੈਲ ਦਾ। ਦੁੱਧ ਟੈਲ ਦਾ, ਜੀ ਬਿਲਕੁਲ। ਜਿੰਨਾ ਪਾਓਗੇ ਉਹਨਾਂ ਦੁੱਧ ਲਓਗੇ। ਵੈਰੀ ਗੁੱਡ। ਲੇਕਿਨ ਕਾੜੇ ਦੀ ਮੱਝ ਵੀ ਜਿਹੜੇ ਮੁਕਾਬਲਾ ਨਾ ਨੀਲੀ ਦੀ ਮੱਝ ਦਾ, ਜੀ ਉਹਦੇ ਨੀਲੀ ਦੀ ਮੱਝ ਦੀ ਸਫਾਈ ਬਹੁਤ ਹੀ ਹੁੰਦੀ ਹੈ। ਇਹਦੇ ਸਫਾਈ ਇੰਨੀ ਜ਼ਿਆਦਾ ਨਹੀਂ ਹੁੰਦੀ। ਇਹਦੇ ਸਿਰ ਮੋਟੇ ਹੋਣਗੇ, ਮੂੰਹ ਸਿਰ ਮੋਟਾ ਹੋਏਗਾ। ਨੀਲੀ ਦੀ ਝੋਟੀ ਜਿਹੜੇ ਨੇ ਨਾ ਕੰਨ ਲੰਮੇ ਹੋਣਗੇ, ਸਿੰਗੀਆਂ ਕੁੰਡੀਆਂ ਹੋਣਗੀਆਂ। ਸੋਹਣੀ ਫਿਰ ਚੀਚਾ ਵਤਨੀ ਦੀ ਵੱਧ ਹੈ? ਚੀਚਾ ਵਤਨੀ ਦੀ ਬਹੁਤੀ ਹੈ, ਦੁੱਧ ਨੂੰ ਕਾੜੇ ਦੀ ਨਹੀਂ ਬਹੁਤੀ। ਵੈਰੀ ਗੁੱਡ। ਤੁਹਾਡਾ ਜੀ ਮਾਹਿਰਾਨਾ ਤਜਜ਼ੀਆ ਸਾਡੇ ਕਿਸਾਨ ਵੀਰ ਵੇਖਦੇ ਪਏ ਨੇ। ਅੱਛਾ ਸਰ, ਫਿਰ ਇਹ ਦੱਸੋ ਕਿ ਚੀਚਾ ਵਤਨੀ ਦੀ ਮੱਝਾਂ ਦੇ ਵੱਧ ਰੇਟ ਨੇ ਜਾਂ ਕਾੜੇ ਦੀ ਮੱਝ ਦੇ ਵੱਧ ਰੇਟ ਨੇ? ਰੇਟ ਜਨਾਬ ਆਪਣੇ ਦੋਵਾਂ ਦੇ ਮੁਖਤਲਿਫ। ਦੋਵਾਂ ਦੇ ਮੁਖਤਲਿਫ। ਦੁੱਧ ਦੇਣ ਵਾਲੀ ਲਈਏ ਤੇ ਕਿਤੋਂ ਵੀ ਘੱਟ ਨਹੀਂ ਲੱਗਦੀ, ਨਾ ਕਾੜੇ ਦੀ ਆਉਂਦੀ ਹੈ ਤੇ ਨਾ ਸਾਹੀਵਾਲ ਦੀ ਆਉਂਦੀ। ਵੈਰੀ ਗੁੱਡ। ਹਾਜੀ ਸਾਹਿਬ, ਇਹ ਦੱਸੋ ਕਿ ਦੁੱਧ ਨਸਲਾਂ ਵਿੱਚ ਹੈ ਕਿ ਦੁੱਧ ਖੁਰਾਕ ਵਿੱਚ ਹੈ ਕਿ ਦੁੱਧ ਕਦਰਾਂ ਵਿੱਚ ਹੈ? ਦੁੱਧ ਨਸਲਾਂ ਵਿੱਚ। ਦੁੱਧ ਨਸਲਾਂ ਵਿੱਚ। ਦੁੱਧ ਨਸਲਾਂ ਵਿੱਚ। ਭੈੜੀ ਨਸਲ ਦੀ ਮੱਝ ਨੂੰ ਜਿੰਨੀ ਮਰਜ਼ੀ ਖੁਰਾਕ ਪਾਓ ਦੁੱਧ ਨਹੀਂ ਦੇਗੀ। ਖੁਰਾਕ ਪਾਓ, ਖੁਰਾਕ ਖਾਈ ਜਾਏਗੀ, ਦੇਗੀ ਕੁਝ ਵੀ ਨਹੀਂ। ਵੈਰੀ ਗੁੱਡ। ਹਾਜੀ ਸਾਹਿਬ, ਤੁਹਾਡੇ ਤਜਰਬੇ ਦੇ ਵਿੱਚ ਮੱਝ ਕਿਹੜੇ ਸੂਏ ਦੀ ਲੈਣੀ ਚਾਹੀਦੀ ਹੈ? ਅਸੀਂ ਤੇ ਮੇਰੇ ਤਜਰਬੇ ਦੇ ਵਿੱਚ ਤੇ ਮੈਂ ਪਹਿਲਣਾ ਚ ਮੱਝਾਂ ਵੀ ਰੱਖੀਆਂ ਨੇ। ਪਹਿਲਣਾ? ਦੂਸਰੇ ਤੀਸਰੇ ਦੁੱਧ ਲੈਣਾ ਹੋਏ ਤਾਂ ਦੂਸਰੇ ਤੀਸਰੇ ਸੂਬੇ ਦੇ ਵਿੱਚ ਵੱਧ ਦੁੱਧ। ਵੈਰੀ ਗੁੱਡ। ਅਗਰ ਦੁੱਧ ਲੈਣਾ ਤਾਂ ਦੂਸਰੇ ਤੀਸਰੇ ਸੂਏ ਦੀ ਮੱਝ ਬਿਹਤਰੀਨ ਹੈ। ਬਿਹਤਰੀਨ ਹੈ। ਹਾਜੀ ਸਾਹਿਬ, ਜਦੋਂ ਅਸੀਂ ਮੱਝ ਲੈਣ ਜਾਂਦੇ ਹਾਂ ਤੇ ਮੱਝ ਲੈਣ ਲੱਗੇ ਹਾਂ ਕਿਹੜੀ ਚੀਜ਼ ਦੀ ਤਸੱਲੀ ਕਰ ਲੈਣੀ ਚਾਹੀਦੀ ਹੈ?
ਉਹ ਤਾਂ ਕਾਫੀ ਮਤਲਬ ਉਹਦੇ ਵਿੱਚ ਚੀਜ਼ਾਂ ਵੇਖਣੀਆਂ ਪੈਂਦੀਆਂ ਨੇ। ਜੀ ਜੀ। ਉਹਦੇ ਵਿੱਚ ਇਹ ਹੈ ਕਿ ਨਹੀਂ ਪਿੱਛਾ ਨਾ ਦਿੰਦੀ ਹੋਏ, ਪਿੱਛਾ ਨਾ ਦਿੰਦੀ ਹੋਏ, ਨਹੀਂ ਤਾਂ ਵੇਖਣਾ ਪੈਂਦਾ ਹੈ। ਨਹੀਂਆਂ ਨੂੰ ਕਾਫੀ ਕੁਝ ਵੇਖ ਕੇ ਤੇ ਫੇਰ ਲੈਣੀ ਚਾਹੀਦੀ ਹੈ ਮੱਝ ਨੂੰ। ਜੀ ਇਸ ਬਿਲਕੁਲ। ਤਰ੍ਹਾਂ ਜਾਂਦੇ ਹੀ ਬੰਦੇ ਨੂੰ ਮੱਝ ਨਹੀਂ ਲੈ ਕੇ ਤੇ ਦੌੜਾ ਹੋਵੇ, ਉਹਦਾ ਚੱਡਾ ਵੇਖ ਕੇ ਤੇ ਬੰਦਾ ਪੈਸੇ ਲਾਏ ਤੇ ਵਾਪਸ ਆ ਜਾਏ। ਮੁਤਾਸਰ ਹੋ ਜੇ। ਹਾਂਜੀ। ਬਿਲਕੁਲ ਬਿਲਕੁਲ। ਕੁਝ ਮੱਝਾਂ ਨੇ ਦੁੱਧ ਦੇ ਕੇ ਚੱਡੇ ਨੂੰ ਬਿਲਕੁਲ ਨਿਚੜ ਜਾਣੀ, ਜਿਸ ਤਰ੍ਹਾਂ ਫੰਡਰ ਹੁੰਦੀ ਹੈ। ਜੀ ਬਿਲਕੁਲ। ਇੰਜੀ ਕੁਝ ਗੱਲ। ਮੱਝਾਂ ਨੇ ਜਨਾਬ ਲਈ ਉਹਨਾਂ ਦਾ ਚੱਡਾ ਉਸੇ ਤਰ੍ਹਾਂ ਹੁੰਦਾ, ਦੁੱਧ ਦੇਣਗੀਆਂ, ਚੱਡਾ ਕੋਈ ਪਤਾ ਨਹੀਂ ਲੱਗਦਾ ਚੋਈ ਹੈ ਕਿ ਨਹੀਂ ਚੋਈ ਹੋਈ। ਜੀ। ਤੇ ਇਹਦਾ ਮਤਲਬ ਮੱਝ ਲੈਣ ਤੋਂ ਪਹਿਲਾਂ ਉਹਦੀ 2 ਟਾਈਮ ਕਮ ਸੇ ਕਮ ਚੁਆਈ ਕਰ ਲਓ। ਚੋਈ ਕਰਨੀ ਲਾਜ਼ਮੀ ਚਾਹੀਦੀ। ਅੱਛਾ, ਇਹਦਾ ਮਤਲਬ ਮੰਡੀਆਂ ਵਿੱਚ ਵੀ ਨਹੀਂ ਲੈਣੀ ਚਾਹੀਦੀ, ਡੇਰਿਆਂ ਤੋਂ ਘਰੋਂ ਤੋਂ ਲੈਣੀ ਨਹੀਂ, ਚਾਹੀਦੀ। ਮੰਡੀਆਂ 'ਚ ਮੈਂ ਤੇ ਅੱਜ ਦਿਨ ਤੱਕ ਲਈ ਨਹੀਂ ਹੈ ਮੰਡੀਆਂ ਦੇ ਵਿੱਚੋਂ। ਜੀ ਜੀ ਇਸ ਵਾਸਤੇ ਕਿ ਮੰਡੀਆਂ ਦੇ ਵਿੱਚ ਦਾ ਬਹੁਤਾ ਹੁੰਦਾ, ਜੀ ਮੱਝ ਦੁੱਧ ਘੱਟ ਦੇਗੀ ਉਹਨੂੰ, ਕਿ ਅੱਜ ਕੱਲ੍ਹ ਨਿਕਲੇ ਨੇ ਟੀਕੇ, ਜੀ ਬਿਲਕੁਲ। ਉਹਦੇ ਨਾਲ ਚੱਡਾ ਹੀ ਭਾਈ ਛੱਡਦੇ ਨੇ, ਟੀਕਾ ਲਾਉਂਦੇ। ਇੰਜੀ ਗੱਲ ਹੈ। ਹਾਂਜੀ। ਅੱਛਾ। ਘਰਾਂ ਦੇ ਵਿੱਚੋਂ ਫਿਰ ਕੇ ਲਈਏ, ਡੇਰਿਆਂ ਦੇ ਉੱਤੋਂ ਮੱਝ ਲਈਏ, ਉਹਦੇ ਵਿੱਚ ਟਾਈਮ ਨਹੀਂ ਲਾਇਆ ਹੁੰਦਾ ਮੱਝ ਨੂੰ। ਜੀ। ਉਹਦੇ ਵਿੱਚ ਮੱਝ ਚੋ ਕੇ 2 ਟਾਈਮ ਚੋ ਕੇ ਵੀ ਲਈ ਦੀ ਹੈ। ਮੰਡੀ 'ਚ ਕੌਣ ਚੋ ਕੇ ਦਿੰਦਾ? ਕੋਈ ਵੀ ਨਹੀਂ ਚੋ ਕੇ। ਇੰਜੀ ਗੱਲ ਹੈ। ਤੇ ਮੈਂ ਸੁਣਿਆ ਕਿ ਮੰਡੀ ਦੇ ਵਿੱਚ ਇੱਕ ਵਾਰੀ ਮੱਝ ਦਾ ਥਣ ਫੜ ਲਓ ਸਹੀ, ਫਿਰ ਲੈਣੀ ਪੈਂਦੀ ਹੈ, ਫਿਰ ਗਲੇ ਪੈ ਜਾਂਦੀ ਹੈ। ਫਿਰ ਛੱਡਦੇ ਹੀ ਨਹੀਂ ਜੀ। ਹਾਜੀ ਸਾਹਿਬ, ਤੁਹਾਡੇ ਤਜਰਬੇ ਦੇ ਵਿੱਚ 50 ਸਾਲਾਂ ਦੇ ਤਜਰਬੇ ਵਿੱਚ ਤੁਹਾਡੇ ਡੇਅਰੀ ਫਾਰਮ ਤੇ ਕਿਸੇ ਮੱਝ ਨੇ ਵੱਧ ਤੋਂ ਵੱਧ ਕਿੰਨੇ ਲੀਟਰ ਦੁੱਧ ਕੀਤਾ ਹੈ? ਸਾਡੇ ਵੱਧ ਤੋਂ ਵੱਧ ਜਨਾਬ ਸਾਰੀਆਂ ਆਮ ਮਈਆਂ ਨੇ ਜੀ। 18 ਕਿਲੋ, ਮਾਸ਼ਾਅੱਲਾ, 17 ਕਿਲੋ, ਮਾਸ਼ਾਅੱਲਾ। ਯਾਨੀ 16 ਕਿਲੋਆਂ ਤੋਂ ਉੱਤੇ ਤੇ 19 ਕਿਲੋਆਂ ਦੇ ਥੱਲੇ ਆਮ ਨੇ ਤੁਹਾਡੀਆਂ ਮੱਝਾਂ? ਇਹ ਦਰਮਿਆਨ ਰਹੀਆਂ। ਔਰ ਇਹਨਾਂ ਵਿੱਚੋਂ ਉਹ ਕਾੜੇ ਦੀਆਂ ਬਹੁਤੀਆਂ ਨੇ ਕਿ ਤੁਹਾਡੇ ਕੋਲ ਚੀਚਾ ਵਤਨੀ ਦੀਆਂ ਬਹੁਤੀਆਂ ਨੇ? ਅੱਧੀਆਂ ਮੇਰੇ ਕੋਲ ਚੀਜ਼ਾਂ ਵਤਨੀ ਦੀਆਂ ਨੇ, ਅੱਧੀਆਂ ਕਾੜੇ ਦੀਆਂ ਨੇ। ਦੋਏ ਅੱਛਾ ਰਿਜ਼ਲਟ ਦਿੰਦੀਆਂ ਪਈਆਂ ਨੇ? ਦੋਏ ਅੱਛਾ, ਬਰਾਬਰ ਰਿਜ਼ਲਟ ਆਉਂਦਾ ਪਿਆ। ਮਾਸ਼ਾਅੱਲਾ। ਹਾਜੀ ਸਾਹਿਬ, ਖੁਰਾਕ ਦਾ ਧਿਆਨ ਬੜਾ ਰੱਖਣਾ ਚਾਹੀਦਾ, ਜਿਵੇਂ ਇਨਸਾਨ ਆਪਣੀ ਖੁਰਾਕ ਦਾ ਧਿਆਨ ਰੱਖਦਾ ਹੈ। ਜਾਨਵਰ ਦੀ ਇਨਸਾਨ ਨੂੰ ਆਪਣੀ ਰੋਟੀ ਟਾਈਮ ਦੁਪਹਿਰ ਨੂੰ ਖਾਣੀ ਹੈ, ਸਵੇਰ ਖਾਣੀ ਹੈ, ਨਾਸ਼ਤਾ ਕਰਨਾ। ਜੀ। ਉਸ ਤਰ੍ਹਾਂ ਇਹਨਾਂ ਦਾ ਬਹੁਤਾ ਖਿਆਲ ਆਪਣੇ ਨਾਲ ਰੱਖਣਾ। ਜੇ ਆਪੀ ਕੋਈ ਭੁੱਖੇ ਵੀ ਰਹੀ, ਇਹਨਾਂ ਨੂੰ ਨਹੀਂ ਭੁੱਖਿਆ ਰਹਿ ਦੇਣਾ ਚਾਹੀਦਾ। ਹਾਜੀ ਸਾਹਿਬ, ਪੱਠਿਆਂ ਦੇ ਇਲਾਵਾ ਇਹਨਾਂ ਨੂੰ ਵੰਡੇ ਛੰਡੇ ਖਲ ਛਲ ਵਿੱਚ ਕੀ ਪਾਉਂਦੇ ਹੋ? ਅਸੀਂ ਹੁਣ ਸਿਆਲ ਆ ਗਿਆ ਨਾ, ਜੀ ਅਸੀਂ ਜਨਾਬ ਅਲਸੀ ਵੀ ਪਾਉਂਦੇ ਆ ਪਏ, ਜੀ ਕਣਕ ਵੀ ਪਾਉਂਦੇ ਆ ਪਏ ਦਲਾ ਕੇ, ਫਲ ਵੀ ਪਾਉਂਦੇ ਆ ਪਏ। ਜੀ ਜੀ 2-3 ਕਿਸਮਾਂ ਦਾ ਵੰਡਾ ਅਸੀਂ ਆਪਣਾ ਜਿਹੜਾ ਸਾਡਾ ਸ਼ੁਰੂ ਤੋਂ ਵੰਡਾ ਨਾ ਖਾਲ, ਜੀ ਜੀ। ਅਸੀਂ ਉਹ ਹੀ ਰੁਟੀਨ ਨਾਲ ਰੱਖਿਆ ਹੋਇਆ। ਅੱਛਾ। ਇਹ ਕੋਈ ਕਹਿੰਦਾ ਗੋਲੀ ਵੰਡਾ ਪਾਓ, ਕੋਈ ਕਹਿੰਦਾ ਮੰਮੀ ਵੰਡਾ ਪਾਓ, ਕੋਈ ਕਹਿੰਦਾ ਕੁਝ ਪਾਓ, ਸਭ ਝੂਠ। ਹਾਜੀ ਸਾਹਿਬ, ਇੱਕ ਮੱਝ ਨੂੰ ਜਿਹੜਾ ਖਲ ਪਾਉਂਦੇ ਹੋ ਕਿੰਨੀ ਮਿਕਦਾਰ ਵਿੱਚ ਪਾਉਂਦੇ ਹੋ? ਅਸੀਂ ਕਮ ਸੇ ਕਮ 3 ਤੋਂ 4 ਕਿਲੋ ਪਾਉਂਦੇ, ਦੋਵਾਂ ਟਾਈਮਾਂ ਦੀ ਪਾਉਂਦੇ ਹੋ, ਇੱਕ ਟਾਈਮ ਪਾਉਂਦੇ ਹੋ? ਇੱਕ ਟਾਈਮ ਪਾਉਂਦੇ। ਇੱਕ ਟਾਈਮ ਪਾਉਂਦੇ ਹੋ। ਹਾਜੀ ਸਾਹਿਬ, ਇੰਨੀਆਂ ਮੱਝਾਂ ਵਾਸਤੇ ਚਾਰਾ, ਸਬਜ਼ ਚਾਰਾ ਕਿੰਨਾ ਕੁ ਰਸ਼ ਛੱਡਦੇ ਹੋ? ਪਹਿਲਾਂ ਅਸਾਂ 5 ਕਿਲੋ ਦੀ ਦਿਆ 5 ਕਿੱਲੇ ਨਾਲ ਗੁਜ਼ਾਰਾ ਹੋ ਜਾਂਦਾ ਹੈ? ਗੁਜ਼ਾਰਾ। ਤੂੜੀ ਪੂਰੇ ਸਾਲ ਵਾਸਤੇ ਕਿੰਨੀ ਕੁ ਸੰਭਾਲ ਲੈਂਦੇ ਹੋ? ਤੂੜੀ ਤੇ ਸਾਰੀ ਜ਼ਮੀਨ ਥ੍ਰੈਸ਼ਰ ਨਾਲ ਹੀ ਕੁਤਰੀ ਦੀ, ਆਪਣੀ ਜ਼ਮੀਨ ਥ੍ਰੈਸ਼ਰ ਨਾਲ ਕੁਤਰੀ ਦੀ, ਉਹ ਸਾਰੀ ਦੀ ਸਾਰੀ ਅੰਦਰ ਨਾਲ ਲਈ। ਅੱਛਾ। ਤੇ ਸਾਲ ਨਿਕਲ ਜਾਂਦਾ ਹੈ? ਨਹੀਂ ਫੇਰਿਆ, ਕੋਈ ਕੁਝ ਨਹੀਂ ਕੀਤਾ ਜੀ। ਇਸ ਵਾਸਤੇ ਕਿ ਇਹਦੇ ਸਾਲ ਦਾ ਖਰਚਾ ਜ਼ਰੂਰ ਬਣਾਉਣਾ ਬੱਚਾ। ਜੀ ਬਿਲਕੁਲ। ਹਾਜੀ ਸਾਹਿਬ, ਤੁਸੀਂ ਆਪਣੀਆਂ ਮੱਝਾਂ ਦੇ ਆਪਣੇ ਡੇਅਰੀ ਫਾਰਮ ਤੇ ਕੋਈ ਚੰਗਾ ਬਰੀਡਰ ਵੀ ਰੱਖਿਆ ਕਿ ਬਰੀਡਰ ਨਹੀਂ ਰੱਖਿਆ? ਸੰਡਾ ਕੋਈ ਰੱਖਿਆ ਜਿਹਨਾਂ ਵਾਸਤੇ? ਹਾਂਜੀ। ਸੰਡਾ ਝੋਟਾ। ਸੰਡਾ ਕਿਹੜੀ ਨਸਲ ਦਾ ਜੇ? ਸੰਡਾ ਇਹ ਜਨਾਬ ਉਧਰੋਂ ਹੀ ਮੱਝ ਸੂਈ ਲਿਆਂਦੀ, ਉਹਦਾ ਝੋਟਾ ਸੀ, ਜੀ। ਅੱਗੋਂ ਉਹ ਹੀ ਨਸਲ ਤੁਰੀ ਆਉਂਦੀ ਹੈ। ਅੱਛਾ, ਇਹ ਮੱਝਾਂ ਨੂੰ ਬਣਾਉਣ ਦਾ ਬਿਹਤਰੀਨ ਮੌਸਮ ਕਿਹੜਾ ਹੈ ਕਿ ਜਦੋਂ ਬਣ ਜੇ ਉਹੀ ਬਿਹਤਰ ਹੈ? ਇਹ ਜਦੋਂ ਬਣਦੀਆਂ ਨੇ ਬਿਹਤਰ ਤੇ ਸਭ ਤੋਂ ਮੱਝ ਮੈਂ ਜਿਹੜੀ ਫੱਗਣ ਚੇਤਰ ਚ ਸੂਏ ਨਾ, ਜੀ ਜੀ। ਉਹ ਮੱਝ ਸਾਰਿਆਂ ਤੋਂ ਅੱਛਾ ਸੂਆ ਹੀ ਗਿਣਦੀ। ਅੱਛਾ। ਲੇਕਿਨ ਇਹ ਬਣਦੀਆਂ ਹੁੰਦੀਆਂ ਨੇ, ਸੁੰਦੀਆਂ ਹੁੰਦੀਆਂ ਨੇ, ਕੀ ਬੰਦਾ ਉਹਨਾਂ ਨੂੰ ਨਾ ਕਰਾਏ ਤੇ ਫੇਰ ਵੀ ਮਾੜੀ ਗੱਲ। ਅੱਛਾ ਹਾਜੀ ਸਾਹਿਬ, 15-16 ਕਿਲੋ ਦੁੱਧ ਦੇਣ ਵਾਲੀ ਮੱਝ ਤੇ ਰੋਜ਼ ਦਾ ਕਿੰਨਾ ਕੁ ਖਰਚਾ ਆ ਜਾਂਦਾ ਹੈ? ਰੋਜ਼ ਦਾ ਰੁਟੀਨ ਤਾਂ ਇਹੋ ਹੀ ਕਰਦਾ, ਦੂਸਰੀਆਂ ਦੇ ਵੀ ਨਹੀਂ ਆ ਜਾਂਦਾ, ਉਹਨਾਂ ਦੇ ਵੀ ਨਹੀਂ ਆ ਜਾਂਦਾ। ਕੀ ਸਮਝਦੇ ਹੋ 400-500 ਤੱਕ ਤਕਰੀਬਨ ਮਹੀਂ ਭੁਗਤ ਜਾਂਦੀ ਹੈ? ਹੋ ਜਾਂਦੀ ਯਾਰ। ਅੱਛਾ ਹਾਜੀ ਸਾਹਿਬ, ਦੁੱਧ ਕਿਵੇਂ ਸੇਲ ਕਰਦੇ ਹੋ? ਆਪਣੀ ਦੁਕਾਨ ਹੈ ਜਾਂ ਦੁੱਧ ਹੀ ਨੂੰ ਦਿੰਦੇ ਹੋ? ਆਪਣੀ ਦੁਕਾਨ। ਤੇ ਕੀ ਰੇਟ ਚੱਲਦਾ ਪਿਆ ਇਲਾਕੇ ਵਿੱਚ? 100 ਰੁਪਏ। ਘੱਟ ਹੈ ਜਾਂ ਮੁਨਾਸਬ ਹੈ? ਨਹੀਂ, ਅਸੀਂ ਤੇ ਬੜਾ ਮੁਨਾਸਬ ਸਮਝਦੇ ਆ। ਇੱਥੇ ਸਾਡਾ ਪਿੰਡ ਦੇ ਵਿੱਚ 80 ਰੁਪਏ ਵੇਚਦਾ, ਆਹ ਜ਼ੋਰਵਾਲ ਦੁਕਾਨ ਰੱਖੀ ਜੀ। ਜੀ ਜੀ। ਅਸੀਂ ਉੱਥੇ 100 ਰੁਪਏ ਦੇ ਰਹੇ ਨੇ। ਆਬਾਦ ਲੋਕ ਕਹਿੰਦੇ ਨੇ ਕਿ ਮਹਿੰਗਾਈ ਦੀ ਵਜ੍ਹਾ ਨਾਲ ਰੇਟ ਘੱਟ ਹੈ, ਹਕੂਮਤ ਵਧਾਉਣ ਨਹੀਂ ਦਿੰਦੀ, ਤੁਸੀਂ ਕੀ ਕਹਿੰਦੇ ਹੋ? ਯਾਰ ਨਹੀਂ, ਵੇਖੋ ਜੀ, ਜੇ ਹਕੂਮਤ ਵਧਾਉਣ ਨਹੀਂ ਦਿੰਦੀ, ਅਗਰ ਵੇਖੋ ਜਿੰਨੇ ਪੀਣਾ ਨਾ ਉਹਦੇ ਵਾਸਤੇ ਵੀ ਵੇਖੋ, ਜਿਹਨੇ ਲੈਣਾ ਅਸਾਂ ਤੇ 100 ਰੁਪਏ ਦੇ ਹਲਣਾ। ਜੀ ਜੀ। ਕੋਈ ਲੋਕੀ 120 ਵੀ ਦਿੰਦੇ ਨੇ, ਕੁਝ 110 ਵੀ ਦਿੰਦੇ ਨੇ। ਜੀ। ਲੇਕਿਨ ਆਹ ਦੁਕਾਨ ਦੇ ਉੱਤੇ ਲਿਖ ਕੇ ਲਾਇਆ ਕਿ ਜਿਹੜਾ ਸਾਡੇ ਦੁੱਧ ਦੇ ਵਿੱਚ ਕੋਈ ਪਾਣੀ ਦਾ ਕਤਰਾ ਕੱਢ ਜੇ ਮਾਸ਼ਾਅੱਲਾ, ਜਾਂ ਦੁੱਧ ਕੋਈ ਖਰਾਬ ਹੋ ਜੇ, ਦੁੱਧ ਰੋਡ ਦੇ ਪੈਸੇ ਲਵਾ, ਮਤਲਬ ਗਾਰੰਟੀ ਨਾਲ ਦੁੱਧ ਵੇਚਦੇ ਪਏ। ਜਿਸ ਅਲਹਮਦੁਲਿਲਾ। ਤਰ੍ਹਾਂ ਮੱਝ ਤੇਰੇ ਚੋ ਕੇ ਖੜਨਾ, ਉਸੇ ਤਰ੍ਹਾਂ ਹੀ ਲੋਕ ਆਉਂਦੇ ਨੇ। ਮਾਸ਼ਾਅੱਲਾ। ਔਰ ਉਹਦੀ ਵਜ੍ਹਾ ਨਾਲ ਤੁਹਾਡੀ ਵਰਥ ਹੈ, ਇਲਾਕੇ ਵਿੱਚ ਇੱਜ਼ਤ ਵੀ ਹੈ, ਕੋਈ ਬੰਦਾ ਤੁਹਾਡੇ ਤੇ ਉਂਗਲੀ ਨਹੀਂ ਉਠਾ ਸਕਦਾ। ਨਹੀਂ, ਸ਼ੁਕਰ ਆ। ਜ਼ੋਰਵਾਲ ਦੇ ਵਿੱਚ ਦੁਕਾਨ ਦੇ ਵਿੱਚ ਮੈਂ ਆਪਣੇ ਮੁੰਡੇ ਨੂੰ ਇਹ ਕਿਹਾ ਕਿ ਰਿਕਾਰਡ ਬਣਾਉਣਾ। ਮਾਸ਼ਾਅੱਲਾ ਮਾਸ਼ਾਅੱਲਾ। ਅੱਜ ਦਿਨ ਤੱਕ ਸਾਡੇ ਪਿੰਡਾਂ 'ਚੋਂ ਲੋਕੀ ਆਉਂਦੇ ਦੁਕਾਨ ਤੋਂ ਦੁੱਧ। ਮਾਸ਼ਾਅੱਲਾ। ਹਾਜੀ ਸਾਹਿਬ, ਜਿਹੜੇ ਬੇਸ਼ੁਮਾਰ ਤੁਹਾਡੇ ਬੱਚੇ ਭਾਈ ਸਾਰੀ ਦੁਨੀਆ ਤੋਂ ਤੁਹਾਨੂੰ ਵੇਖਦੇ ਪਏ ਨੇ ਤੇ ਮੱਝਾਂ ਦਾ ਕਾਰੋਬਾਰ ਕਰਨਾ ਚਾਹੁੰਦੇ ਨੇ, ਤੁਸੀਂ ਉਹਨਾਂ ਨੂੰ ਕੀ ਮਸ਼ਵਰਾ ਦੇਣਾ ਪਸੰਦ ਕਰੋਗੇ? ਦੇਖੋ ਜੀ, ਸਭ ਤੋਂ ਜ਼ਰੂਰੀ ਬੰਦੇ ਆਪਣੇ ਹੋਣੇ ਚਾਹੀਦੇ ਨੇ, 2-4 ਬੰਦੇ ਆਪਣੇ ਵਿੱਚ ਹੋਣੇ ਚਾਹੀਦੇ ਜੀ।
ਉਸ ਤੋਂ ਬਾਅਦ ਫਿਰ ਨੌਕਰ ਰੱਖ ਲੈ, 2 ਰੱਖ ਲੈ, 4 ਰੱਖ ਲੈ। ਜੇ ਨਿਰਾ ਨੌਕਰਾਂ ਦੇ ਉੱਤੇ ਕਰਨਾ ਤੇ ਬੇਸ਼ੱਕ ਨਾ ਕਰੇ, ਜ਼ਬਰਦਸਤ। ਉਹ ਪੈਸੇ ਆਪਣਾ ਸੰਭਾਲ ਕੇ ਕਿਸੇ ਹੋਰ ਪਾਸੇ ਲਾ ਲੇ। ਤੇ ਜੇ ਆਪ ਹੀ ਬੰਦਾ ਉਹਨੂੰ ਸਾਂਭ ਸਕਦਾ, ਸੰਭਾਲ ਸਕਦਾ, ਉਹਨੂੰ ਫਿਰ ਕਰੇ ਕਾਰੋਬਾਰ ਨੂੰ। ਕਾਰੋਬਾਰ ਇਹਦੇ ਜਿਹਾ ਇੱਕ ਵੀ ਨਹੀਂ, ਅੱਲਾਹ ਤਾਲਾ ਜ਼ਿੰਦਗੀ ਦੇ ਤੇ ਇਹੋ ਜਿਹਾ ਕਾਰੋਬਾਰ ਇੱਕ ਵੀ ਨਹੀਂ ਹੈ ਪੂਰੇ ਪਾਕਿਸਤਾਨ ਦੇ ਵਿੱਚ। ਜੇ ਬੰਦਾ ਹਰਾਮ ਨਾ ਕਰੇ ਤੇ ਬਿਲਕੁਲ ਤੇ ਮਾਸ਼ਾਅੱਲਾ। ਜੇ ਹਲਾਲ ਨੂੰ ਹਰਾਮ ਕਰ ਦੇ ਤੇ ਫਿਰ ਉਹ ਗੱਲ ਹੀ ਮੁੱਕ ਗਈ। ਯਕੀਨ ਕਰੋ ਹਾਜੀ ਸਾਹਿਬ, ਤੁਹਾਡਾ ਇੰਟਰਵਿਊ ਕਰਕੇ ਸਾਨੂੰ ਬੜੀ ਖੁਸ਼ੀ ਹੋਈ ਹੈ। ਅੱਲਾਹ ਤਾਲਾ ਜ਼ਾਤ ਤੁਹਾਡੇ ਕਾਰੋਬਾਰ ਵਿੱਚ ਹੋਰ ਬਰਕਤ ਦੇ। ਮਿਹਰਬਾਨੀ। ਤੁਹਾਡੀ ਵਾਵਾ ਸਾਰੀ ਮਿਹਰਬਾਨੀ।